50% देश दियां हायर जुडिशरी करप्ट, 80% लोअर जुडिशरी करप्ट, न्यायपालिका ताकतवर ते पैसे वाले दे पक्ष होगी, हाईकोर्ट थल्लड़े जजां नूं संरक्षण दिंदी है। जद ਇਹੋ जी स्टेटमेंटां आंदियां ने ते उस तो बाद दिल किद्दां डर जांदा कि बई आपां न्याय लैण कित्थे जाइए। आम आदमी पीड़ित है, कोर्ट कर्मचारी पीड़ित है, कुछ शरीफ वकील जिहड़े ईमानदार हैगे ने वो पीड़ित ने, कुछ ईमानदार जज पीड़ित ने। कित्थे जा रहे हैं ਅਸੀਂ ਸਾਨੂੰ कुछ पता नहीं, सब हनेरे चल रहा है। ਤੇ ਅੱਜ ਤੁਹਾਨੂੰ एक ऐसे ही शख्स ਨਾਲ ਮਿਲਾਨੇ ਆ ਜਿਹਦਾ ਵਿਸ਼ਵਾਸ ਵੀ ਅਦਾਲਤਾਂ ਤੋਂ ਉੱਠ ਗਿਆ ਲੱਗਦਾ ਹੈ, ਲੇਕਿਨ ਕੁਝ ਹੱਦ ਤੱਕ ਹਾਲੇ ਬਚਿਆ ਹੈ। ਕਿਤੇ ਜੱਜਾਂ ਦੇ ਕੁਝ ਗਲਤ ਕੰਮਾਂ ਨਾਲ ਉਹ ਵੀ ਭਰੋਸਾ ਜਿਹੜਾ ਉੱਠ ਨਾ ਜਾਵੇ। ਇਹਦੇ ਨਾਲ ਨਾਲ ਜੋ ਵੀ ਬੰਦਾ ਪੀੜਿਤ ਹੈ ਉਹ ਵੀ ਇੱਥੇ ਆ ਸਕਦਾ, ਗੱਲ ਕਰ ਸਕਦਾ, ਆਪਣੇ ਵਿਚਾਰ ਰੱਖ ਸਕਦਾ ਉਹਦੇ ਨਾਲ ਕੀ ਹੋਇਆ। ਤੇ ਮੋਗਾ ਤੋਂ ਅੱਜ ਸਾਡੇ ਕੋਲ ਆਏ ਨੇ ਸੁਨੀਲ ਜੀ, ਸੂਦ ਜੀ। ਸੂਦ ਸਾਹਿਬ, ਵੀ ਤੁਸੀਂ ਇੱਥੇ ਆਏ ਹੋ, ਕੀ ਆਪਣਾ ਤੁਹਾਡੇ ਨਾਲ ਕੀ ਐਸਾ ਘਟਨਾ ਘਟੀ ਆ ਤੁਹਾਨੂੰ ਲੱਗਦਾ ਹੈ ਅਦਾਲਤਾਂ ਦਾ ਭਰੋਸਾ ਤੁਹਾਡਾ ਉੱਠਦਾ ਜਾ ਰਿਹਾ? मेरे नाल जी बहुत ही ज्यादा जुल्म होया है। मेरे वकीलों ने कुछ भ्रष्ट जजां नाल रल के इस तरीके नाल मैनूं प्रताड़ित किया है कि दस नहीं सकता तुहानूं। मेरे सारे केस जिहदे विच सारे सबूत हुंदे होए भी मेरे खिलाफ किए है। जजां ने जिहड़ा ना मेरी किसी भी सबूत नूं सही तरीके नाल पेश नहीं किया। अपने जजमेंट दे विच जो मैं 2014 च पेमेंट दी 2004 दी लिख के ਤੇ ਮੇਰੇ ਉੱਤੇ ਲੱਖਾਂ ਰੁਪਏ ਦੀ ਰਿਕਵਰੀ ਠੋਕਤੀ। ਇਹ ਕੰਮ ਤੁਹਾਡੇ ਵਕੀਲ ਨੇ ਕੀਤਾ ਹੈ, ਯਾਦ ਰੱਖੋ। ਇਹ ਕੰਮ ਮੇਰੇ ਵਕੀਲ ਨੇ। ਕਿਹੜਾ ਵਕੀਲ ਦਾ ਨਾਂ ਕੀ ਸੀ? ਵਕੀਲ ਕੇਤਨ ਸੂਦ, ਦੀਪਕ ਗਰੋਵਰ। ਹਾਂਜੀ, ਇਹਨਾਂ ਨੇ ਰਲ ਕੇ ਸਾਰਾ ਕੁਝ ਜਿਹੜਾ ਕੀਤਾ। ਦੂਸਰੇ ਵਕੀਲ ਨਾਲ ਰਲ ਕੇ ਮੇਰਾ ਬਿਲਕੁਲ ਅੱਛੀ ਤਰ੍ਹਾਂ ਨਾਲ ਬੇੜਾ ਗਰਕ ਕੀਤਾ। ਨਹੀਂ, ਤੁਸੀਂ ਇਹ ਕਿੱਦਾਂ ਕਹਿ ਸਕਦੇ ਹੋ? ਐਕਚੁਅਲੀ ਇੱਕ BA ਪਾਸ ਜਾਂ LLB ਹੋਣਗੇ, MLLB ਹੋਣਗੇ, ਜਿਹੜਾ ਜੱਜ ਬੈਠਾ ਉਹ PCS ਬੈਠਾ, ਤੁਸੀਂ ਕਹਿੰਦੇ ਕਿ ਹਾਂ ਵੀ ਤੁਸੀਂ ਉਹਨਾਂ ਦੇ ਆਰੋਪ ਲਾ ਰਹੇ ਹੋ। ਉਹ ਮੈਨੂੰ ਐਦਾਂ ਕਿੱਦਾਂ ਹੋ ਸਕਦਾ ਵੀ ਇਹ ਤਾਂ ਦੇਸ਼ ਦੇ ਐਡੀ ਵੱਡੀ ਪੋਸਟਾਂ ਤੇ ਬੈਠੇ ਹੋਏ ਨੇ? ਸਰ ਮੈਂ ਇਸ ਕਰਕੇ ਕਹਿ ਸਕਦਾ ਹਾਂ ਕਿਉਂਕਿ ਮੈਂ 1999 ਚ ਇੱਕ ਦੁਕਾਨ ਲਿੱਤੀ ਸੀਗੀ, शिवाला ट्रस्ट, शिवाला सूदा ट्रस्ट, शिवाला लाला रामकिशन सूद को किराए थे ਮੋਗੇ ਚ। ਕਿੰਨੇ ਸਾਲ ਪਹਿਲਾਂ? ਕਿੰਨਾ ਚਿਰ ਪਹਿਲਾਂ? 1999 ਚ। 1999 ਯਾਨੀ ਕਿ ਅੱਜ ਤੁਸੀਂ ਆਏ ਹੋ 21 ਦੇ ਤੋਂ 24 ਸਾਲ ਹੋ, ਤਕਰੀਬਨ 23 ਲਾ ਲਓ, 23 ਸਾਲ ਬਾਅਦ ਆਏ। ਇਹਨਾਂ ਨੇ ਇੱਕ ਐਗਰੀਮੈਂਟ ਕੀਤਾ ਮੇਰੇ ਨਾਲ। ਉਸ ਐਗਰੀਮੈਂਟ 'ਚ ਸਾਫ਼ ਲਿਖਿਆ ਹੋਇਆ ਹੈ शिवाला सूदा ट्रस्ट, शिवाला रामकिशन सूद नाल मेरा एग्रीमेंट सी कि दुकान का किराया ਲੈਣਗੇ। ਓਕੇ, ਮੈਂ ਇਹਨਾਂ ਨੂੰ ਕਿਰਾਇਆ ਦਿੰਦਾ ਰਿਹਾ। ਇਹਨਾਂ ਨੇ ਪਹਿਲਾਂ 2004 ਦੇ ਵਿੱਚ ਮੇਰੇ ਤੇ ਕੇਸ ਕੀਤਾ ਕਿ ਇਹ ਇੱਕ 2001 ਤੋਂ ਕਿਰਾਇਆ ਨਹੀਂ ਦੇ ਰਿਹਾ। ਪਹਿਲਾਂ ਇਹਨਾਂ ਨੇ ਸਨ 2004 ਚ ਕੇਸ ਕੀਤਾ, ਜੋ 8ਵੇਂ ਮਹੀਨੇ 2007 ਚ ਡਿਸਾਈਡ ਹੋਇਆ ਮੇਰੇ ਹੱਕ ਚ, ਕਿਉਂਕਿ ਕਿਰਾਇਆ ਮੇਰੇ ਦਿੱਤਾ ਹੋਇਆ ਸੀ। ਉਸ ਤੋਂ ਬਾਅਦ ਇਹਨਾਂ ਨੇ ਹੁਣ ਦੁਬਾਰਾ 2016 ਚ ਕੇਸ ਕੀਤਾ ਮੇਰੇ ਤੇ। ਉਹ ਵੀ ਕੀਤਾ 1/5/2001 ਤੋਂ ਮੈਂ ਕਿਰਾਇਆ ਨਹੀਂ ਦੇ ਰਿਹਾ। ਫਿਰ ਉਹ ਜਿਹੜੀ 4 ਸਾਲ ਪਹਿਲੇ ਜਜਮੈਂਟ ਜਿਹੜੀ ਤੁਹਾਡੇ ਹੱਕ ਦੇ ਵਿੱਚ ਆਈ ਸੀ, ਕੀ ਉਹ ਜੱਜਾਂ ਨੇ ਕੰਸੀਡਰ ਨਹੀਂ ਕੀਤੀ? ਨਹੀਂ, ਕੰਸੀਡਰ ਨਹੀਂ ਕੀਤੀ। ਉਹ ਲਾਈ ਅਸੀਂ, ਪਰ ਜੱਜਾਂ ਨੇ ਕੰਸੀਡਰ ਨਹੀਂ ਕੀਤੀ। ਉਸ ਤੋਂ ਬਾਅਦ ਜਿਹੜੇ ਹੁਣ ਕੇਸ ਕੀਤਾ ਇਹਦੇ ਵਿੱਚ ਵੀ ਮੈਂ ਇੱਕ ਐਵੀਡੈਂਸ ਦਿੱਤਾ। ਮੈਂ 1/9/2014 ਚ ਚੈੱਕ ਰਾਹੀਂ ਪੇਮੈਂਟ ਕੀਤੀ 2 ਮਹੀਨੇ ਦੇ ਕਿਰਾਏ ਦੀ। ਅੱਛਾ, ਇਹਦੇ ਚ ਦੱਸਣਯੋਗ ਹੈ ਕਿ ਮੈਂ ਜੋ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਕਿ ਹਰ ਸਾਲ 10% ਕਿਰਾਇਆ ਵਧੇਗਾ। ਪਰ ਇਹ ਸਿਰਫ ਕਲੌਜ਼ ਵਰਬਲੀ ਸੀ ਸਾਡਾ, ਔਰ ਐਕਚੁਅਲੀ ਮਿਊਚੁਅਲ ਸਾਡੀ ਆਪਸ ਦੀ ਅੰਡਰਸਟੈਂਡਿੰਗ ਸੀ ਕਿ ਇਹਦੇ ਵਿੱਚ ਕਿਰਾਇਆ ਨਹੀਂ ਵਧੇਗਾ, 1000 ਹੀ ਲੈਣਗੇ। ਔਰ ਉਹ ਲੈ ਰਹੇ ਸੀ 1000 ਰੁਪਇਆ। ਉਹ ਤੁਸੀਂ ਦੇ ਰਹੇ ਸੀ? ਮੈਂ ਦੇ ਰਿਹਾ ਸੀ। ਤੁਹਾਡੇ ਕੋਲ ਰਸੀਦਾਂ? ਰਸੀਦਾਂ ਦਿੰਦੇ ਨਹੀਂ ਸੀ। ਤੇ 1/9/2004 ਨੂੰ ਜੋ ਮੈਂ ਕਿਰਾਇਆ ਦਿੱਤਾ, ਚੈੱਕ ਰਾਹੀਂ ਕਿਰਾਇਆ ਦਿੱਤਾ, ਉਸ ਦੇ ਵਿੱਚ ਉਹਨਾਂ ਨੇ ਮੈਨੂੰ ਇੱਕ ਲੈਟਰ ਪੈਡ ਤੇ ਰਸੀਦ ਬਣਾ ਕੇ ਦਿੱਤੀ ਕਿ 2 ਮਹੀਨੇ ਦਾ ਕਿਰਾਇਆ ਲੈ ਲਿਆ। ਹੁਣ ਮੈਂ ਚੈੱਕ ਰਾਹੀਂ ਪੇਮੈਂਟ ਕੀਤੀ, ਉਹ ਐਵੀਡੈਂਸ ਵੀ ਲਾਇਆ ਮੈਂ। ਇਹਨਾਂ ਨੇ ਜਦੋਂ 2016 ਚ ਕੇਸ ਕੀਤਾ, ਉਸ ਦੇ ਵਿੱਚ ਜੱਜ ਨੇ ਮੰਨਿਆ ਹੀ ਨਹੀਂ। ਜੱਜ ਨੇ ਮੇਰਾ ਇੱਕ ਸਵਾਲ ਇੱਥੇ ਬੜਾ ਹੀ ਉੱਠਦਾ ਹੈ ਕਿ 2016 ਦੇ ਵਿੱਚ ਤੁਸੀਂ ਇਹਨਾਂ ਨੂੰ ਬੈਂਕ ਅਕਾਊਂਟ 'ਚ 2 ਵਾਰੀ ਚੈੱਕ ਦਿੱਤਾ ਕਿਸ ਤਰ੍ਹਾਂ ਕੀ, ਠੀਕ ਹੈ? ਇਹਨਾਂ ਨੇ ਤੁਹਾਨੂੰ ਰਸੀਦ ਵੀ ਦਿੱਤੀ। ਹਾਂ, ਇੱਕ ਰਸੀਦ ਜਦੋਂ ਉਹ ਰਸੀਦ ਦਿੱਤੀ, ਦੇਖੋ ਉਹ ਰਸੀਦ ਦੇਣ ਦਾ ਕੀ ਮਤਲਬ ਹੈ ਕਿ ਹਾਂ ਵੀ ਪਿਛਲੇ ਕਿਰਾਏ ਆਂਦੇ ਪਏ ਨੇ ਤਾਂ ਤੁਸੀਂ ਉਹ 2 ਮਹੀਨਿਆਂ ਦੀ ਰਸੀਦ ਦੇ ਰਹੇ ਹੋ। ਬਿਲਕੁਲ ਇੱਕ ਜਾਇਜ਼ ਜਿਹੜਾ ਨਾ ਆਮ ਆਦਮੀ ਅੰਨਾ ਬੋਲਾ ਵੀ ਨਾ ਸ਼ਾਇਦ ਇੱਕ ਵਾਰੀ ਉਹ ਬੋਲਾ ਦੇਖ ਕੇ ਤੇ ਅੰਨਾ ਸੁਣ ਕੇ ਇੰਨੀ ਗੱਲ ਕਹਿ ਸਕਦਾ ਕਿ 2 ਮਹੀਨੇ ਦੀ ਰਸੀਦ। ਜਦ ਤੁਹਾਡਾ ਇੰਨੇ ਸਾਲਾਂ ਦਾ ਕੇਸ 2001 ਤੋਂ ਤੁਸੀਂ ਕਹਿ ਰਹੇ ਹੋ ਲਾਇਆ ਹੋਇਆ, 2016 ਤੁਸੀਂ 2 ਮਹੀਨੇ ਦੀ ਰਸੀਦ ਦੇ ਰਹੇ ਹੋ ਤੇ ਬਾਕੀ 15 ਸਾਲ 10 ਮਹੀਨੇ ਦੀ ਰਸੀਦ, ਉਹ ਪੈਸਾ ਕਿਉਂ ਨਹੀਂ ਲਿਖਿਆ ਉੱਤੇ? ਦੂਸਰਾ, ਚਾਹੇ ਤੁਹਾਡਾ ਕੋਈ ਕਿੰਨਾ ਹੀ ਪਿਆਰ ਮੁਹੱਬਤ ਕਿੰਨਾ ਹੀ ਖਾਸ ਹੋਵੇ,
ਠੀਕ ਹੈ ਨਾ। ਆਪਣੇ ਕਿਰਾਏ ਦੀ ਰਸੀਦ ਜ਼ਰੂਰ ਲਵੋ। ਜੇ ਤੁਸੀਂ ਕਿਰਾਏ ਦੀ ਰਸੀਦ ਨਹੀਂ ਲੈਂਦੇ ਤਾਂ ਤੁਹਾਨੂੰ ਐਦਾਂ ਹੀ ਭੁਗਤਣਾ ਪਏਗਾ। ਉਹਨੇ ਤੁਹਾਡੇ ਮਕਾਨ ਮਾਲਕ ਨੇ ਜਾ ਕੇ ਜਾਂ ਦੁਕਾਨ ਮਾਲਕ ਨੇ ਜਾ ਕੇ ਕਹਿ ਜਾਣਾ ਵਾ ਕਿ ਤੁਸੀਂ ਸਾਨੂੰ ਕੋਈ ਪੈਸਾ ਨਹੀਂ ਦਿੰਦੇ। ਇਸ ਕਰਕੇ ਕੋਰੇ ਹੋ ਜਾਓ ਇਸ ਮਾਮਲੇ 'ਚ, ਆਪਣੀ ਰਸੀਦਾਂ ਜ਼ਰੂਰ ਲਵੋ। ਸਰ ਇਹਦੇ 'ਚ ਮੇਨ ਦੇਖਣ ਜੋ ਗੱਲ ਹੈ ਕਿ ਮੈਂ 1/9/2014 ਨੂੰ ਜੋ ਚੈੱਕ ਰਾਹੀਂ ਕਿਰਾਇਆ ਦਿੱਤਾ 2 ਮਹੀਨੇ ਦਾ, 2 ਮਹੀਨੇ ਦੀ ਰਸੀਦ ਦਿੱਤੀ। ਮੈਂ 2 ਮਹੀਨੇ ਦੀ ਰਸੀਦ ਲਾਈ, ਨਾਲ ਆਪਣੇ ਬੈਂਕ ਦੀ ਸਟੇਟਮੈਂਟ ਲਾਈ ਕਿ ਮੇਰੇ 1/9/2014 ਨੂੰ ਮੇਰੇ ਖਾਤੇ 'ਚ ਪੈਸੇ ਡੈਬਿਟ ਹੋ ਰਹੇ ਆ, ਔਰ ਉਹਨਾਂ ਦੇ ਬੈਂਕ ਦੀ ਸਟੇਟਮੈਂਟ ਵੀ ਨਾਲ ਲੱਗੀ ਹੋਈ ਹੈ ਜਿਹਦੇ ਵਿੱਚ ਉਹਨਾਂ ਦੇ ਖਾਤੇ ਜਮ੍ਹਾਂ ਹੋ ਰਹੇ ਆ। ਇਸ ਦੇ ਫਿਰ ਬਾਵਜੂਦ ਹੋਰ ਕੀ ਚਾਹੀਦਾ? ਹੁਣ ਇਹ ਕਿਹੜੀਆਂ ਅਦਾਲਤਾਂ ਬੈਠੀਆਂ ਨੇ, ਕਿਹੜੇ ਜੱਜ ਬੈਠੇ ਨੇ, ਜਦ ਦੇਖ ਰਹੇ ਨੇ ਕਿ ਆਲਰੇਡੀ 2014 ਤੋਂ ਜਿਹੜੇ ਮਾਲਕ ਨੂੰ ਡਿਡਕਟ ਹੋ ਰਹੇ ਨੇ ਕੇਸ, ਉਹਦੇ ਅਕਾਊਂਟ ਦੇ ਵਿੱਚ ਜਾ ਰਹੇ ਨੇ, ਉਹਦੇ ਅਕਾਊਂਟ ਦੀ ਸਟੇਟਮੈਂਟਾਂ ਲੱਗੀਆਂ ਨੇ, ਫਿਰ ਕਿੱਥੇ ਦਿੱਕਤ ਆ ਰਹੀ ਹੈ? ਸਰ ਫਿਰ ਦਿੱਕਤ ਇਹ ਆ ਰਹੀ ਹੈ, ਜੱਜ ਸਾਹਿਬ ਨੇ, ਮੇਰੇ ਵਕੀਲ ਨੇ, ਅਪੋजिट ਵਕੀਲ ਨੇ ਰਲ ਕੇ, ਅਪੋजिट ਵਕੀਲ ਸੁਨੀਲ ਜਾਇਸਵਾਲ ਮੋਗੇ ਦੇ ਚੰਗੇ ਵਕੀਲ ਹੈ, ਪਰ ਚੰਗੇ ਵਕੀਲ ਨਹੀਂ, ਭ੍ਰਿਸ਼ਟਾਚਾਰੀ ਵਕੀਲ ਹੈ, ਔਰ ਉਹਨਾਂ ਨੇ ਰਲ ਕੇ ਇਸ ਗੱਲ ਦੀ ਸਹਿਮਤੀ ਨਹੀਂ ਦਿੰਦਾ, ਬਟ ਹਾਂ ਜੇ ਤੁਸੀਂ ਕਰਦੇ ਇਹ ਤੁਹਾਡੇ ਆਪਣੇ ਵਿਚਾਰ। ਜਿੱਡੀ ਵੱਡੀ ਕਾਰ ਓਡਾ ਵੱਡਾ ਭ੍ਰਿਸ਼ਟਾਚਾਰ। ਹਾਂ, ਇਹ ਮੈਂ ਕੁਝ ਕਹਿ ਸਕਦਾ। ਉਹਨਾਂ ਨੇ ਜਿਹੜਾ ਇਹ ਦੇਖੋ ਰਲ ਕੇ ਜੱਜ ਸਾਹਿਬ ਨੂੰ ਸਮਝਾ ਕੇ 2014 ਦੀ ਜਗ੍ਹਾ ਫਾਈਨਲ ਜਜਮੈਂਟ ਦੇ ਵਿੱਚ 2004 ਕਰਾਤਾ ਕਿ ਮੈਂ 1/9/2004 ਤੱਕ ਦਾ ਕਿਰਾਇਆ ਦਿੱਤਾ, ਚੈੱਕ 14 ਦਾ 2014 ਚ ਡੈਬਿਟ ਹੋ ਰਿਹਾ, 2014 ਚ ਕ੍ਰੈਡਿਟ ਹੋ ਰਿਹਾ। ਔਰ ਇਸ ਦੇ ਵਿੱਚ ਹੋਰ ਮੰਨਣ ਜੋ ਮੇਨ ਜਿਹੜੀ ਗੱਲ ਹੈ, ਅਗਰ ਜੱਜ ਸਾਹਿਬ ਦੀ ਗੱਲ ਮੰਨ ਵੀ ਲਿੱਤੀ ਜਾਏ ਕਿ ਮੈਂ 2004 ਚ ਪੇਮੈਂਟ ਦਿੱਤੀ, ਪਰ ਮੈਂ ਅਕਾਊਂਟ ਹੀ 2011 ਚ ਖੁਲਾਇਆ। ਜਦੋਂ ਮੇਰਾ ਅਕਾਊਂਟ 2011 ਚ ਨੇਰਗਰਦੀ ਹੋ ਰਹੀ ਹੈ, ਵੱਡੀ ਨੇਰਗਰਦੀ ਹੈ, ਮੈਨੂੰ ਕਿੰਨਾ ਕੁ ਬਰਬਾਦ ਕੀਤਾ ਇਹਨਾਂ ਰਲ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹ ਤੁਹਾਡੀ ਵਕਾਲਤ ਦਾ ਮੇਨ ਪੰਗਾ ਆ। ਵਕੀਲ ਸਾਹਿਬ ਨੇ ਤੁਹਾਡਾ ਪੱਖ ਸਹੀ ਨਹੀਂ ਰੱਖਿਆ, ਤੁਹਾਡਾ ਅੰਗਰੇਜ਼ੀ ਨਾ ਜਾਣਨਾ ਤੁਹਾਡੇ ਲਈ ਇੱਕ ਬਹੁਤ ਵੱਡਾ ਨੁਕਸਾਨ ਸਾਬਤ ਹੋਇਆ। ਆਪਣੀ ਰੀਜਨਲ ਲੈਂਗੁਏਜ ਦੇ ਵਿੱਚ ਆਪਣਾ ਕੇਸ ਤੁਸੀਂ ਖੁਦ ਲੜ ਸਕਦੇ ਹੋ, ਜਿਹਦੀ ਸਭ ਤੋਂ ਵੱਡਾ ਸਬੂਤ ਕੈਡੀ ਸਾਹਿਬ ਨੇ ਆਪਣਾ ਕੇਸ ਖੁਦ ਲੜਦੇ ਨੇ। ਮੈਂ ਵੀ ਆਪਣਾ ਕੇਸ ਖੁਦ ਲੜਦਾ, ਕਈ ਕੇਸ ਮੈਂ ਆਪਣੇ ਆਪ ਖੁਦ ਲੜੇ ਨੇ। ਹੁਣ ਸੂਦ ਸਾਹਿਬ ਤੁਸੀਂ ਵੀ ਆਪਣਾ ਮੈਂ ਹੁਣ ਆਪਣਾ ਕੇਸ ਆਪ ਲੜ ਰਿਹਾ ਹਾਂ, ਪਰ ਮੈਨੂੰ ਇੱਕ ਦਿੱਕਤ ਆ ਰਹੀ ਹੈ। ਮੈंने ਹੁਣੇ ਹਿੰਦੀ 'ਚ ਦਿੱਤੀ, ਮੈਂ 7 ਤਰੀਕ ਨੂੰ, ਮੇਰੀ 4 ਤਰੀਕ ਸੀ ਕਿ ਮੇਰੀ 4 ਤਰੀਕ ਨੂੰ ਮੈਂ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਦੋਸਤੋ ਤੁਹਾਨੂੰ ਸਾਰਿਆਂ ਨੂੰ, ਮੈਂ ਲੁਧਿਆਣਾ ਸੈਸ਼ਨ ਕੋਰਟ ਦੇ ਵਿੱਚ ਹਰ ਆਪਣਾ ਰਿਪਲਾਈ, ਹਰ ਜਵਾਬ ਦਾਵਾ ਹਿੰਦੀ 'ਚ ਦੇ ਰਿਹਾ, ਜਿਹੜਾ ਕਿ ਸਟੇਟ ਵਰਸਸ ਕੇਸ ਹੈ ਔਰ ਉਹਨੂੰ ਅਦਾਲਤ ਵੱਲੋਂ ਮੰਨਿਆ ਜਾਂਦਾ ਹੈ। ਜਦਕਿ ਮੋਗੇ ਦੀ ਅਦਾਲਤ ਵਿੱਚ ਜੱਜ ਸਾਹਿਬ ਜਿਹੜੀ ਹੈ ਉਹ ਕਹਿ ਰਹੇ ਹੈ ਕਿ ਹਿੰਦੀ 'ਚ ਜਵਾਬ ਨਹੀਂ ਲਿੱਤਾ ਜਾਏਗਾ, ਤੁਸੀਂ ਪੰਜਾਬੀ 'ਚ ਦਿਓ। ਦੱਸੋ ਕਿਹੜਾ ਕਾਨੂੰਨ ਹੈ? ਇਹ ਸਾਡੀ ਰਾਸ਼ਟਰ ਭਾਸ਼ਾ ਦਾ ਅਪਮਾਨ ਕਰ ਰਹੇ ਨੇ, ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਾਡੀ ਨੈਸ਼ਨਲ ਲੈਂਗੁਏਜ ਹਿੰਦੀ ਹੈ, ਠੀਕ ਹੈ ਜੀ, ਸਾਡੇ ਭਾਰਤ ਦੇਸ਼ ਦੀ ਹਿੰਦੀ ਲੈਂਗੁਏਜ ਹੈ। ਅਗਰ ਉਹ ਹਿੰਦੀ ਭਾਸ਼ਾ ਦਾ ਅਪਮਾਨ ਕਰ ਰਹੇ ਨੇ ਇਸ ਤਰੀਕੇ ਨਾਲ, ਇਹਨਾਂ ਦੇ ਤਾਂ ਦੇਸ਼ ਧਰੋਹ ਦਾ ਮੁਕੱਦਮਾ ਬੰਦਾ ਸਿੱਧਾ ਜਿਹੜਾ ਜੱਜ ਮਨਾ ਕਰ ਰਿਹਾ ਉਹਨਾਂ ਤੋਂ ਰਿਟਰਨ ਚ ਲਾਓ ਪਹਿਲੇ ਤਾਂ। ਸਰ ਇਹਨਾਂ ਨਾਲ ਇੱਕ ਧੋਖਾ ਹੋਰ ਹੋਇਆ ਦੋਸਤੋ, ਮੈਂ ਜਿਹੜਾ ਦੱਸਣਾ ਚਾਹੁੰਦਾ, ਸ਼ਾਇਦ ਗੱਲਾਂ ਭੁੱਲ ਜਾਂਦੇ ਆ। ਇੱਕ ਧੋਖਾ ਹੋਰ ਹੋਇਆ, ਇਹਨਾਂ ਨੇ ਸਾਰੇ ਦਸਤਾਵੇਜ਼ ਹਿੰਦੀ ਪੰਜਾਬੀ ਚ ਮੰਗ ਕੀਤੀ, ਉਹ ਮੈਡਮ ਜੱਜ ਨੇ ਉਹਨੂੰ ਡਿਕਲਾਈਨ ਕਰਤਾ। ਉਹਦੇ ਵਿੱਚ ਇੱਕ ਫੈਸਲੇ ਦਾ ਰੈਫਰੈਂਸ ਦਿੱਤਾ ਹਾਈ ਕੋਰਟ ਦੇ ਦਾ ਕਿ ਇਸ ਮੁਤਾਬਕ ਮੈਂ ਤੁਹਾਡੀ ਅਰਜ਼ੀ ਨੂੰ ਖਾਰਜ ਕਰਦੀ ਆ। ਉਹ ਜਿਹੜਾ ਫੈਸਲਾ ਆ ਹਿੰਦੀ ਪੰਜਾਬੀ ਭਾਸ਼ਾ ਬਾਰੇ ਹੈ ਹੀ ਨਹੀਂ, ਇੱਕ ਗਲਤ ਫੈਸਲੇ ਨੂੰ ਕੋਟ ਕੀਤਾ। ਇਹ ਜੀ ਜੱਜ ਨੂੰ ਵੀ ਜੇ ਨੌਕਰੀ ਵਿੱਚ ਰੱਖਿਆ ਜਾਂਦਾ ਤੇ ਲਾਹਨਤ ਹੈ ਹਿੰਦੁਸਤਾਨ ਦੀ ਜੁਡੀਸ਼ਰੀ ਦੇ ਉੱਤੇ। ਇਸ ਦੇ ਵਿੱਚ ਜਿਹੜਾ ਜੱਜ ਨੇ ਮੇਰਾ ਫੈਸਲਾ ਡਿਕਲਾਈਨ ਕੀਤਾ, ਅਸੀਂ ਜੋ ਦੂਜੀ ਪੱਖ ਦਾ ਗਵਾਹ ਸੀਗਾ ਉਸ ਗਵਾਹ ਨੂੰ ਕ੍ਰੋਸ ਕਰਨ ਲਈ ਐਪਲੀਕੇਸ਼ਨ ਲਾਈ। ਜੱਜ ਨੇ ਦਿੱਲੀ ਹਾਈ ਕੋਰਟ ਦਾ ਇੱਕ ਫੈਸਲਾ ਲਾਇਆ ਕਿ ਲੋਅਰ ਕੋਰਟ ਕੋ ਕੋਈ ਵੀ ਪਾਵਰ ਨਹੀਂ ਹੈ ਤੁਹਾਡੀ ਇਹ ਅਰਜ਼ੀ ਸੁਣਨ ਲਈ, ਔਰ ਉਸ ਆਰਡਰ ਦੇ ਵਿੱਚ ਇਹ ਲਿਖਿਆ ਹੈ ਕਿ ਅਸੀਂ ਜਿਸਨੇ ਐਪਲੀਕੇਸ਼ਨ ਲਾਈ, ਹਾਈ ਕੋਰਟ ਦੇ ਆਰਡਰ ਜਦ ਇਹ ਲਿਖਿਆ ਹੈ ਕਿ ਜੋ ਐਪਲੀਕੇਸ਼ਨ ਲਾਈ ਇਹਨੂੰ ਸਮਾਂ ਦਿੱਤਾ ਜਾਂਦਾ, ਚਾਹੇ ਉਹ ਕੁਝ ਮਿੰਟ ਦਾ, ਕੁਝ ਘੰਟਿਆਂ ਦਾ ਜਾਂ ਕੁਝ ਦਿਨਾਂ ਦਾ, ਪੂਰੀ ਡਿਟੇਲ ਨਹੀਂ ਖੋਲੀ। ਪਰ ਉਸ ਹਾਈ ਕੋਰਟ ਦੇ ਆਰਡਰ ਦਾ ਮਤਲਬ ਇਹ ਹੈ, ਮੈਂ ਉਹਦੀ ਵੀ ਕੰਪਲੇਂਟ ਕੀਤੀ ਸੈਸ਼ਨ ਜੱਜ ਕੋ, ਮੇਰਾ ਕੇਸ ਮਾਨनीय ਸੈਸ਼ਨ ਜੱਜ ਨੂੰ ਮੈਂ ਕੰਪਲੇਂਟ ਕੀਤੀ। ਤੁਸੀਂ ਮਾਨਯੋਗ ਹਾਈ ਕੋਰਟ ਵੀ ਕਰੋ, ਸੁਪਰੀਮ ਕੋਰਟ ਕਰੋ, ਲਾ ਮਿਨਿਸਟਰ ਕਰੋ। ਕਿਰਨ ਰਿਜੀਜੂ ਇਸ ਟਾਈਮ ਸਾਰੇ ਨਾਲ ਜ਼ਿਆਦਾ ਦੇਖੋ, ਦੇਸ਼ ਦੇ ਕਾਨੂੰਨ ਮੰਤਰੀ ਕਹਿ ਰਹੇ ਨੇ ਕਿ ਭਈਆ ਇਸ ਟਾਈਮ ਸਾਰੇ ਜੁਡੀਸ਼ਰੀ ਦਾ ਕੀ ਹਾਲ ਚੱਲ ਰਿਹਾ, ਵੀ ਜੱਜ ਜਿਹੜੇ ਹੈਗੇ ਨੇ ਰਿਟਾਇਰਮੈਂਟ ਤੋਂ ਬਾਅਦ ਵੀ ਮੌਜਾਂ ਲੈਂਦੇ ਨੇ। 40 ਬੰਦੇ ਜਸਟਿਸ ਯੂ ਲਲਿਤ ਜਿਹੜੇ ਹੈਗੇ ਨੇ ਆਪਣੇ ਘਰ ਰੱਖੀ ਬੈਠੇ ਸੀ। 40 ਬੰਦੇ ਦਾ ਹਿਸਾਬ ਸਮਝ ਸਕਦੇ ਹੋ, ਜੇ 30,000 ਵੀ ਇੱਕ ਬੰਦੇ ਦਾ ਹੋਏ, 312 1 ਲੱਖ ਵੀ, ਤੇ ਆਪਣਾ ਜੋੜ ਲਓ ਤੁਸੀਂ, ਹੋਰ ਕਿੰਨਾ ਬਣੇ, ਪਲੱਸ ਕੋਠੀ ਪਲੱਸ अन्य ਚੀਜ਼ਾਂ। ਇੰਨੀਆਂ ਚੀਜ਼ਾਂ ਮਿਲਣ ਦੇ ਬਾਅਦ ਵੀ ਜੇ ਜਨਤਾ ਨੂੰ ਨਿਆਂ ਨਹੀਂ ਮਿਲ ਰਿਹਾ, ਇਨਸਾਫ ਨਹੀਂ ਮਿਲ ਰਿਹਾ, ਤਾਂ ਬੰਦੇ ਦਾ ਕੀ ਕਿੱਥੇ ਜਾਏਗਾ? ਮੈਂ ਤਾਂ ਸਮਝ ਨਹੀਂ ਆ ਰਹੀ ਆਪਣਾ ਦੇਸ਼ ਕਿੱਥੇ ਜਾ ਰਿਹਾ।
ਦੋਸਤੋ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ, ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ 65 ਸਾਲ ਦੇ ਜੱਜ ਸਾਹਿਬ ਦੀ ਉਮਰ 'ਚ ਰਿਟਾਇਰਮੈਂਟ ਹੁੰਦੀ ਹੈ। ਮੈਨੂੰ ਸਮਝ ਤੋਂ ਬਾਹਰ ਹੈ 65 ਸਾਲ ਦਾ ਜਦੋਂ ਬੰਦਾ ਹੋ ਜਾਂਦਾ ਉਹਦੀਆਂ ਕਿੰਨੀਆਂ ਕਿ ਇੱਛਾਵਾਂ ਰਹਿ ਜਾਂਦੀਆਂ ਕਿ ਵੱਧ ਤੋਂ ਵੱਧ ਹਿੰਦੁਸਤਾਨ ਦੇ ਖਜ਼ਾਨੇ ਨੂੰ ਸੱਟ ਮਾਰੀ ਜਾਵੇ। ਯਾਨੀ ਕਿ 28 ਬੰਦੇ ਘਰ 'ਚ ਕੀ ਕਰਨੇ ਆ ਤੁਸੀਂ, ਇਹ ਹੈਰਾਨੀ ਦੀ ਗੱਲ ਹੈ। ਹਾਂਜੀ ਅੱਗੇ ਦੱਸੋ ਮੋਗੇ ਬਾਰੇ। ਇਹਨਾਂ ਨੇ ਹੀ ਦੇਖੋ ਜੋ ਮੇਰੇ ਤੇ ਕੇਸ ਪਹਿਲਾਂ ਕੀਤਾ ਸੀ 2004 ਚ ਔਰ ਜੋ 2016 ਚ ਕੀਤਾ, ਇੱਕੋ ਟਾਈਮ ਪੀਰੀਅਡ ਦਾ ਕਿਰਾਇਆ ਮੰਗਿਆ ਸੀਗਾ ਕਿ ਮੈਂ 1/5/2001 ਤੱਕ ਕਿਰਾਇਆ ਨਹੀਂ ਦੇ ਰਿਹਾ, ਔਰ ਇਹਦੇ ਵਿੱਚ ਇੱਕੋ ਟਾਈਮ ਪੀਰੀਅਡ ਦਾ ਕਿਰਾਇਆ ਮੰਗਣ ਤੇ ਔਰ ਸੈਕਸ਼ਨ 13 ਦੇ ਅਧੀਨ ਹੀ ਇਹਨਾਂ ਨੇ ਕੇਸ ਕੀਤਾ ਸੀ। ਇਹ ਕੇਸ ਖਾਰਿਜ ਹੋਣਾ ਚਾਹੀਦਾ ਸੀਗਾ ਉਸ ਟਾਈਮ ਰੈਸ ਜੁਡੀਕਾਟਾ ਦੇ ਅਧੀਨ। ਇਹ ਮੇਰੇ ਵਕੀਲ ਨੇ ਵੀ ਨਹੀਂ ਕਰਾਇਆ ਔਰ ਬਾਅਦ ਦੇ ਵਿੱਚ ਸਾਰਾ ਕੁਝ ਹੀ ਗਲਤ ਕਰਤਾ। ਜੋ ਮੈਂ एविडेंस ਦਿੱਤੇ ਮੇਰੇ ਸਾਰੇ ਸਬੂਤ ਉਲਟ ਲਾਤੇ, ਮੇਰੇ ਕਿਸੇ ਵੀ ਸਬੂਤ ਨੂੰ ਕੰਸੀਡਰ ਨਹੀਂ ਕੀਤਾ ਸਹੀ ਤਰੀਕੇ ਨਾਲ। ਜੱਜ ਨੇ ਫੈਸਲਾ ਆਪਣੀ ਮਰਜ਼ੀ ਨਾਲ ਦਿੱਤਾ, ਮੈਂ ਦੁਕਾਨ ਖਾਲੀ ਕਰਤੀ। ਉਸ ਤੋਂ ਬਾਅਦ ਖਾਲੀ ਉਹ ਦੁਕਾਨ ਕਰਾਈ ਗਈ, ਉਹਨੇ ਕਰਾਈ ਜਿਹੜਾ ਉਸ ਦਾ ਮਾਲਕ ਹੀ ਨਹੀਂ ਹੈ, ਅਵੈਧ ਕਬਜ਼ਾਦਾਰੀ ਹੈ। ਅੱਛਾ 2014 ਤੱਕ ਮੇਰਾ ਕਿਰਾਇਆ ਦਿੱਤਾ ਹੋਇਆ ਸੀ, ਜਿਹਦੇ ਚੋਂ ਇੱਕ ਰਸੀਦ ਵੀ ਲਾਈ ਮੈਂ ਨਾਲ, ਔਰ 2014 ਚ ਇਹਨਾਂ ਦਾ ਆਪਸ ਚ ਡਿਸਪਿਊਟ ਪੈ ਗਿਆ शिवाला सूदा और ट्रस्ट शिवाला रामकिशन सूद जी, ये अलग अलग हो गए और दोनों के अदालत से केस चल रहे हैं। ट्रस्ट शिवाला रामकिशन सूद इन्ना क भ्रष्ट है, उस शिवाला सूदा मंदिर की जमीन धक्के नाल नजायज तरीके नाल कब्जा करके खुर्द-बुर्द कर रहा है। हुण एक ट्रस्ट शिवाला रामकिशन सूद ने ट्रस्ट शिवाला रामकिशन सूद ट्रस्ट के नाम के उत्ते एक रजिस्ट्री कराई, ਉਹਦੇ सरकार तो छूट लीती, ਉਹਦੇ ਵਿੱਚ बाद ਦੇ ਵਿੱਚ सरकार ने ਇਸ ਨੂੰ ਜੁਰਮਾਨਾ ਲਾਇਆ ਕਿ ਤੁਸੀਂ ਟਰਸਟ ਨਹੀਂ ਹੋ। ਹੁਣ ਇਹਨਾਂ ਨੇ ਕੀ ਕੀਤਾ ਕਿ ਟਰਸਟ ਨੂੰ ਖਤਮ ਕਰਤਾ, ਟਰਸਟ ਦੀ ਜਗ੍ਹਾ ਟਰਸਟ शिवाला रामकिशन सूद सोसाइटी बनाती। ਹੁਣ ਰੀਸੈਂਟਲੀ ਇਹਨਾਂ ਨੇ ਪਿਛਲੇ ਸਾਲ ਕੇਸ ਕੀਤਾ ਇੱਕ। ਜਦ ਮੈਨੂੰ ਗੱਲ ਨਹੀਂ ਸਮਝ ਆਉਂਦੀ, ਇੱਕ ਟਰਸਟ ਹੁੰਦੀ ਹੈ, ਉਹ ਟਰਸਟ ਨਾਲ ਸਾਡਾ ਐਗਰੀਮੈਂਟ ਹੁੰਦਾ ਹੈ, ਬਾਅਦ ਚ ਸਾਡਾ ਤਾਂ ਇੱਕ ਮੇਨ ਐਗਰੀਮੈਂਟ ਉਸ ਟਰਸਟ ਨਾਲ ਹੋਇਆ ਨਾ, ਬਾਅਦ ਚ ਇੱਕ ਹੋਰ ਟਰਸਟ ਬਣ ਜਾਂਦੀ, ਉਹਦਾ ਤਾਂ ਸਾਡਾ ਲੈਣਾ ਤਾਂ ਨਹੀਂ, ਉਹ ਸਾਡੇ ਤੇ ਹੱਕ ਹੀ ਨਹੀਂ ਰੱਖਦੀ ਪਹਿਲੀ ਗੱਲ ਤਾਂ। ਦੂਸਰੀ ਗੱਲ, ਜੇ ਅਗਰ ਥੋੜਾ ਬਹੁਤਾ ਉਹ ਕਹਿੰਦੇ ਨੇ ਚਲੋ ਸਾਡੇ ਨਾਲ ਉਹੀ ਮੈਂਬਰ ਵਗੈਰਾ ਉਧਰ ਹੈਗੇ ਨੇ ਜੋ ਵੀ ਹੈ, ਬਟ ਪਹਿਲੇ ਉਹਨੂੰ ਇਹਨੂੰ ਮਰਜ ਕਰਨਾ ਚਾਹੀਦਾ ਵਾ। ਸਾਹਿਬ ਜੀ ਮਰਜ ਦੀ ਕੋਈ ਕੰਡੀਸ਼ਨ ਹੀ ਨਹੀਂ ਹੈਗੀ, ਇਹ ਸੁਸਾਇਟੀ ਐਕਟ ਹੈ ਜਿਹੜੇ, ਇਹਦੇ ਵਿੱਚ ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ। ਸਰਕਾਰੀ ਜ਼ਮੀਨਾਂ ਉੱਤੇ ਟਰਸਟ ਬਣਨਾ ਹੀ ਨਹੀਂ, ਬਣਦਾ ਹੀ ਨਹੀਂ। ਇਹ ਸਿਰਫ ਸਰਕਾਰੀ ਜ਼ਮੀਨ ਹੈ, ਉਹਦੇ ਉੱਤੇ ਨਾਮ ਬਦਲ ਕੇ ਠੱਗੀ ਠੋਰੀ ਕੀਤੀ ਜਾ ਰਹੀ ਹੈ। ਸਾਡਾ ਰਜਿਸਟਰਾਰ ਸੁਸਾਇਟੀ ਵੀ ਗਹਿਰੀ ਨੀਂਦ ਦੇ ਵਿੱਚ ਹੈ, ਜਦਕਿ ਇਹਨਾਂ ਨੇ ਮੋਗਾ ਪੁਲਿਸ ਨੂੰ ਅਲੱਗ ਕਈ ਵਾਰੀ ਦਰਖਾਸਤਾਂ ਦਿੱਤੀਆਂ, ਜਿਨ੍ਹਾਂ ਉੱਤੇ ਕੋਈ ਜਾਂਚ ਨਹੀਂ ਹੁੰਦੀ। ਜਦਕਿ ਡਿਵੀਜ਼ਨਲ ਜਿਹੜੇ ਕਮਿਸ਼ਨਰ ਹੈ ਫਿਰੋਜ਼ਪੁਰ ਦੇ, ਉਹਨਾਂ ਨੇ ਪਰਚਾ ਦਰਜ ਕਰਨ ਲਈ ਮੋਗਾ ਪੁਲਿਸ ਨੂੰ ਕਿਹਾ, ਅੱਜ ਤੱਕ ਉਹ ਪਰਚਾ ਦਰਜ ਨਹੀਂ ਹੋ ਰਿਹਾ। ਕਾਰਨ ਇਹ ਹੈ ਕਿ ਉਹਨਾਂ ਕੋਲ ਮੋਟੇ ਰੁਪਈਏ ਆ, ਹਰਾਮ ਦੇ ਰੁਪਈਏ ਆ, ਉਹ ਮੰਦਰਾਂ ਦੇ ਨਾਂ ਤੇ ਜਿਹੜੇ ਅਸੀਂ ਮੱਥੇ ਟੇਕਦੇ ਆ, ਉਹਦੇ ਰੁਪਈਏ ਸਾਡੇ ਆਮ ਜਨਤਾ ਨੂੰ ਤੰਗ ਕਰਨ ਲਈ ਖਰਚੇ ਜਾ ਰਹੇ ਆ। ਇਹ ਬਿਲਕੁਲ ਸਹੀ ਗੱਲ ਹੈ। ਮੇਰੇ 2-3 ਸਵਾਲ ਹੈ ਜਿਹੜੇ ਇੱਥੇ ਬਹੁਤ ਜਿਹੜੇ ਆਮ ਜਨਤਾ ਦੇ ਮਨ 'ਚ ਵੀ ਆ ਰਹੇ ਹੋਣਗੇ। ਉਹ ਜਿਹੜੀ ਪ੍ਰਾਪਰਟੀ ਹੈ ਕਿੰਨੇ ਕੁ ਪੈਸੇ ਦੀ, ਕਿੰਨਾ ਕੁ ਕੀਮਤ ਹੈ ਜੀ? ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ, ਤਕਰੀਬਨ 10 ਕਿੱਲੇ ਤੋਂ ਉੱਪਰ ਜਗ੍ਹਾ ਹੈ ਸ਼ਹਿਰ ਦੇ ਵਿੱਚ। ਅੱਛਾ, ਸ਼ਹਿਰ ਦੇ ਵਿੱਚ। ਅੱਛਾ, ਮੇਨ ਬਾਜ਼ਾਰ ਦੇ ਵਿੱਚ ਹੀ ਬਹੁਤ ਜਗ੍ਹਾ ਹੈ। ਅੱਛਾ, ਇੱਥੋਂ ਤੱਕ ਇੱਕ ਬੈਂਕ ਵੀ ਹੈ, ਭਾਰਤੀ ਸਟੇਟ ਬੈਂਕ। ਸਾਰਾ ਕਿਰਾਏ ਦਾ ਮਾਲ ਖਾਣ, ਸਾਰਾ ਕਿਰਾਇਆ ਖਾ ਰਹੇ ਆ ਪਲੱਸ। ਠੀਕ ਹੈ ਨੇ, ਇੱਕ ਤਾਂ ਇਹ ਹੋ ਗਿਆ। ਤੁਸੀਂ ਅੱਛਾ ਇੱਕ ਚੀਜ਼ ਦੱਸੋ, ਟਰਸਟ ਦੀ ਇਹਨਾਂ ਨੇ ਕਦੇ ਮੈਂਬਰਸ਼ਿਪ ਖੋਲੀ? ਨਹੀਂ ਜੀ, ਟਰਸਟ ਦੀ ਮੈਂਬਰਸ਼ਿਪ ਕੋਈ ਨਹੀਂ, ਇਹਨਾਂ ਦੇ ਪੱਕੇ ਹੀ ਮੈਂਬਰ ਹੈ, ਉਹੀ 5-7 ਮੈਂਬਰ ਲੈਂਦੇ ਆ। ਇਹ ਸਵਾਲ ਜੱਜ ਨੇ ਕਿਉਂ ਨਹੀਂ ਪੁੱਛਿਆ ਵੀ ਤੁਸੀਂ ਕੌਣ ਹੁੰਦੇ ਹੋ? ਵੀ ਜਦ ਇਹ ਟਰਸਟ ਜਿਹੜਾ ਦੂਜੇ ਟਰਸਟ ਨਾਲ ਇਹਨਾਂ ਦਾ ਹਰਮੀਤ ਸਿੰਘ ਜੀ, ਜਦ ਉੱਥੇ ਦੀ ਵਕੀਲ, ਵੱਡੇ ਵਕੀਲ ਹੈ ਜਿਹੜੇ ਉਹਨਾਂ ਨੇ ਕੀਤੇ ਹੋਏ ਆ, ਉਹਨਾਂ ਨੇ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਸੀ, ਇਹਨਾਂ ਦੇ ਵਕੀਲ ਖਰੀਦ ਲਏ, ਉਹਨਾਂ ਨੇ ਰਿਪਲਾਈ ਇਹਨਾਂ ਦੀ ਮਰਜ਼ੀ ਨਾਲ ਤੇ ਉਹਨਾਂ ਦੀ ਮਰਜ਼ੀ ਨਾਲ ਦਿੱਤੇ, ਉਹਦੇ ਕਰਕੇ ਇਹਨਾਂ ਦਾ ਕੇਸ ਜੀਵਨ ਦਾ ਸਤਿਆਨਾਸ਼ ਹੋ ਗਿਆ। ਦੋਸਤੋ ਮੈਂ ਇੱਥੇ ਦੱਸਣਾ ਚਾਹੁੰਦਾ ਆ, ਆਪਣਾ ਕੇਸ ਪੜੋ, ਹਿੰਦੀ ਪੰਜਾਬੀ 'ਚ ਉਹਦੀਆਂ ਨਕਲਾਂ ਲਓ ਔਰ ਆਪ ਪੜੋ, ਕੋਸ਼ਿਸ਼ ਕਰੋ ਆਪਣੇ ਕੇਸ ਦੇ ਉੱਤੇ ਇੱਕ ਬਾਜ ਵਰਗੀ ਅੱਖ ਰੱਖੋ, ਤਾਂ ਕਿ ਕੀ ਹੋ ਰਿਹਾ, ਨਾ ਕਿ ਵਕੀਲ ਕਹਿੰਦਾ ਮੈਂ ਤਰੀਕ ਲੈ ਆਇਆ, ਤਰੀਕ ਦੇਤੀ, ਤਰੀਕ ਲੈ ਲਈ, ਬਸ। ਹੁਣ ਦੋਸਤੋ ਇੱਥੇ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਲੁਧਿਆਣਾ ਬਾਰ ਐਸੋਸੀਏਸ਼ਨ ਦੇ ਚੁਣਾਵ ਸੀਗੇ, ਹੁਣ ਉੱਥੇ VOTING ਦੇ ਚੱਕਰ 'ਚ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੁਝ ਆਰੋਪ ਲਗਾਏ ਕਿ ਇੱਥੇ ਕੁਝ % ਬਾਰ ਦੇ ਮੈਂਬਰ ਨਕਲੀ ਹੈ, ਮਗਰ ਮਾਮਲੇ ਨੂੰ ਦੱਬ ਲਿਆ ਗਿਆ। ਕਾਰਨ ਕੀ? ਕਿਸੇ ਦਾ ਪੁੱਤ ਨਕਲੀ, ਕਿਸੇ ਦਾ ਪਿਓ ਨਕਲੀ।
ਬਸ ਆਹੀ ਕੰਮ, ਯਾਨੀ ਕਿ ਦਬਾ ਦਿੱਤਾ ਗਿਆ। ਉਹਦੀ ਜਾਂਚ ਦੀ ਕਿਉਂ ਨਹੀਂ ਮੰਗ ਕਰਦਾ ਕੋਈ ਵੀ ਵਕੀਲ? ਇਹ ਮੁੱਦਾ ਵੀ ਬੜਾ ਉੱਠਿਆ ਸੀ ਵੀ ਕਈ ਜਾਲੀ ਡਿਗਰੀ ਦੇ ਵਕੀਲ ਹੈ ਔਰ ਕਈਆਂ ਦੇ ਪਰਚਾ ਵੀ ਅਖਬਾਰ 'ਚ ਆਇਆ। ਹਾਂਜੀ, ਅਖਬਾਰ 'ਚ ਵੀ ਆਇਆ। ਤੇ ਇੱਕ ਚੀਜ਼ ਜਿਹੜੀ ਹੋਰ ਹੈ, ਮੈਂ ਤੁਹਾਨੂੰ ਸਿੰਪਲ ਭਾਸ਼ਾ ਸਮਝਾ ਦਿੰਦਾ। ਇਹ ਹੈਗੇ ਨੇ ਕਿਰਾਏਦਾਰ। ਅਸੀਂ ਦੋਨੋਂ ਹੈਗੇ ਆ ਟਰਸਟ, ਠੀਕ ਹੈ ਨਹੀਂ? ਪਹਿਲੇ ਇਹਨਾਂ ਨੇ ਲਈ ਇਹਨਾਂ ਤੋਂ ਦੁਕਾਨ, ਠੀਕ ਹੈ ਜੀ, ਤੁਹਾਨੂੰ ਸਿੰਪਲ ਭਾਸ਼ਾ ਸਮਝਾ ਰਹੇ। ਇਹਨਾਂ ਤੋਂ ਲਈ ਦੁਕਾਨ, ਇਹਨਾਂ ਨਾਲ ਹੀ ਇਹਦਾ ਐਗਰੀਮੈਂਟ ਹੋਇਆ। ਥੋੜੇ ਟਾਈਮ ਬਾਅਦ ਕੀ ਹੈ, ਮੈਂ ਵੀ ਇਹ ਟਰਸਟ ਦੇ ਵਿੱਚ ਸ਼ਾਮਲ ਸੀਗਾ, ਮੈਂ ਅਲੱਗ ਹੋ ਗਿਆ। ਮੈਂ ਕਿਹਾ ਹੁਣ ਮੇਰੀ ਨੀਅਤ ਖਰਾਬ ਹੋ ਗਈ। ਮੈਂ ਕਿਹਾ ਵੀ ਆਹ ਨਹੀਂ, ਇੰਨੀਆਂ ਸਾਰੀਆਂ ਦੁਕਾਨਾਂ ਨੇ ਵੀ ਇਹਨਾਂ ਦਾ ਕਿਰਾਇਆ ਮੈਨੂੰ ਆਇਆ ਕਰੇਗਾ, ਇਹਨੂੰ ਤਾਂ ਆਪਾਂ ਸਾਈਡ ਤੇ ਕਰ ਦਿੰਦੇ ਆ। ਤੇ ਹੁਣ ਮੈਂ ਜਿਹੜਾ ਹੈ ਟਰਸਟ ਬਣਾ ਕੇ ਉਹ ਮੈਂ ਇਹਨਾਂ ਦਾ ਐਗਰੀਮੈਂਟ, ਹਾਲਾਂਕਿ ਫਿਰ ਉਹੀ ਗੱਲ ਕਹੂੰਗਾ, ਐਗਰੀਮੈਂਟ ਹੋਇਆ ਇਹਨਾਂ ਦੋਨਾਂ ਦਾ, ਮੈਂ ਤਾਂ ਵਿੱਚ ਕੋਈ ਵੀ ਨਹੀਂ ਲੱਗਦਾ। ਇਹ ਜੱਜ ਨੂੰ ਪਹਿਲੇ ਦੇਖਣਾ ਚਾਹੀਦਾ। ਫਿਰ ਮੈਂ ਜੇ ਆਪਣਾ ਹੱਕ ਜਤਾ ਰਿਹਾ, ਪਹਿਲੇ ਤਾਂ ਕੇਸ ਡਿਸਮਿਸ ਹੋਣਾ ਚਾਹੀਦਾ। ਫਿਰ ਦੂਜੀ ਵਾਰ ਜਿਹੜੀ ਮੈਂ ਟਰਸਟ ਬਣਾਈ ਹੈ ਉਹ ਵੀ ਗਲਤ ਸਾਬਿਤ ਕਰਕੇ ਮੈਨੂੰ ਤੀਜੀ ਬਣਾਣੀ ਪਈ। ਤਿੰਨ ਵਾਰੀ ਨਾਮ ਟਰਸਟ ਦਾ ਚੇਂਜ ਹੋ ਚੁੱਕਾ, ਜਦ ਕਿ ਸੁਸਾਇਟੀ ਐਕਟ 'ਚ ਏਦਾਂ ਦਾ ਕੋਈ ਕੰਮ ਹੀ ਨਹੀਂ, ਪ੍ਰਾਵਧਾਨ ਹੀ ਨਹੀਂ ਹੈ ਕਿ ਟਰਸਟ ਆਪਣੇ ਨਾਮ ਚੇਂਜ ਕਰਨ। ਉਹਦੀਆਂ ਟਰਸਟ ਬਣਦਾ ਜੀ ਆਪਣੀ ਜ਼ਮੀਨ ਤੇ, ਜਿੱਦਾਂ ਕਿ ਸੁਭਾਸ਼ ਗੈਡੀ ਦਾ ਵੱਡਾ ਪਲਾਟ ਹੈ, ਉਹ ਟਰਸਟ ਬਣਾ ਸਕਦਾ, ਲੇਕਿਨ ਆਪਾਂ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਟਰਸਟ ਬਣਾਈ ਬੈਠੇ। ਇਹ ਸਭ ਸਰਕਾਰਾਂ ਵੀ ਨਾਲ ਮਿਲੀਆਂ ਹੋਈਆਂ ਨੇ। ਬਿਲਕੁਲ ਜੀ, ਮਾਲ ਖਾ ਰਹੇ ਆ। ਡੀਸੀ ਮੋਗਾ ਤੇ ਪੁਲਿਸ ਐਸਐਸਪੀ ਮੋਗਾ ਇਸ ਮਾਮਲੇ 'ਚ ਪੂਰੇ ਸ਼ਾਮਲ ਹੈ। ਇਹ ਸਾਰਾ ਮਾਲ ਖਾ ਰਹੇ ਆ। ਮੈਂ ਐਸਐਸਪੀ ਮੋਗਾ ਨੂੰ ਵੀ ਅੱਛਾ, ਹੁਣ ਤੁਹਾਡੀ ਅਦਾਲਤ ਦੇ ਵਿੱਚ ਕੀ ਚੱਲ ਰਿਹਾ ਹੁਣ ਕੇਸ? ਮੇਰਾ ਅਦਾਲਤ ਦੇ ਵਿੱਚ ਮੈਨੂੰ ਬਾਰ-ਬਾਰ ਕਹਿੰਦੇ ਆ ਕਿ ਤੁਸੀਂ ਗਵਾਹ ਲਿਆਓ, ਔਰ ਮੈਂ ਕਹਿੰਦਾ ਕਿ ਮੇਰਾ ਕੋਈ ਗਵਾਹ ਨਹੀਂ ਹੈ। ਗਵਾਹ ਇਹਨਾਂ ਦੇ ਹੀ ਬੰਦੇ ਟਰਸਟ ਦੇ, ਉਹਨਾਂ ਕੋਲ ਸਵਾਲ ਕਰਨੇ ਮੈਂ, ਉਹਨਾਂ ਨੂੰ ਪੇਸ਼ ਕੀਤਾ ਜਾਏ ਔਰ ਉਹਨਾਂ ਨੂੰ ਪੇਸ਼ ਕਰਨ ਲਈ ਜੱਜ ਪਰਮਿਸ਼ਨ ਹੀ ਨਹੀਂ ਦਿੰਦੀ ਛੇਤੀ। ਹੁਣ ਮੈਂ ਐਵੀਡੈਂਸ ਲਾ ਕੇ 4 ਤਰੀਕ ਨੂੰ ਦਿੱਤੇ ਸੀਗੇ ਕਿ ਤੁਸੀਂ ਇਹਨੂੰ ਜਿਹੜਾ ਨਾ ਇੱਕ ਵਾਰੀ ਸੁਣੋ, ਇਹਦੇ ਵਿੱਚ ਸਾਰਾ ਕੁਝ ਲਿਖਿਆ ਹੈ, ਸਾਰੇ ਸਬੂਤ ਲੱਗੇ ਹੋਏ ਆ, ਤੁਸੀਂ ਇਸ ਨੂੰ ਸੁਣੋ, ਗਵਾਹਾਂ ਦੀ ਲੋੜ ਹੀ ਨਹੀਂ ਹੈ। ਤੁਸੀਂ ਕਿਹੜੀ ਭਾਸ਼ਾ 'ਚ ਪੇਸ਼ ਕੀਤੇ ਸੀ? ਮੈਂ ਸਾਰਾ ਹਿੰਦੀ 'ਚ ਕੀਤਾ ਜੀ। ਤੇ ਉਹਨਾਂ ਨੇ ਕੀ ਕਿਹਾ ਤੁਹਾਨੂੰ? ਉਹਨਾਂ ਨੇ ਕਿਹਾ ਜੀ ਪੰਜਾਬੀ ਜਾਂ ਇੰਗਲਿਸ਼ 'ਚ ਦਿਓ, ਜਦਕਿ ਮੈਨੂੰ ਨਾ ਇੰਗਲਿਸ਼ ਆਉਂਦੀ ਹੈ ਨਾ ਪੰਜਾਬੀ ਆਉਂਦੀ ਹੈ। ਤੁਸੀਂ ਇਹਨਾਂ ਨੂੰ ਇੱਕ ਐਪਲੀਕੇਸ਼ਨ ਲਗਾਓ ਕਿ ਮੈਨੂੰ ਰਿਟਨ ਵਿੱਚ ਆਰਡਰ ਕਰੋ ਜੀ ਕਿ ਮੈਨੂੰ ਪੰਜਾਬੀ 'ਚ ਹਿੰਦੀ 'ਚ ਦਿੱਤੇ ਜਾਣ, ਕਿਉਂਕਿ ਇੱਕ ਤਰ੍ਹਾਂ ਦਾ ਇਹ ਉਸ ਤੋਂ ਬਾਅਦ ਨੈਸ਼ਨਲ ਮੁੱਦਾ ਉੱਠੇਗਾ। ਤੁਸੀਂ ਇਹ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਅਦਾਲਤਾਂ ਦੇ ਵਿੱਚ ਹਿੰਦੀ ਭਾਸ਼ਾ ਦਾ ਅਪਮਾਨ ਹੋ ਰਿਹਾ ਵਾ। ਲੁਧਿਆਣੇ ਦੀ ਮਨਜ਼ੂਰੀ ਹੈ, ਮੋਗੇ ਜੱਜ ਕਰ ਰਹੇ ਨੇ। ਮੈਂ ਖੁਦ ਲੁਧਿਆਣੇ ਦੇ ਵਿੱਚ ਮੈਂ ਜਿੱਥੇ ਵੀ ਦੇਣਾ ਮੈਂ ਹਿੰਦੀ ਦੇ ਵਿੱਚ, ਮੈਂ ਈਵਨ ਪੰਜਾਬ ਰਹਿਣਾ ਹਾਈ ਕੋਰਟ 'ਚ ਹਿੰਦੀ 'ਚ ਦੇਣਾ, ਠੀਕ ਹੈ ਨਹੀਂ? ਜੇ ਮੈਂ ਕੋਈ ਐਪਲੀਕੇਸ਼ਨ ਰਿਪਰੈਜ਼ੈਂਟੇਸ਼ਨ ਦੇਣਾ, ਠੀਕ ਹੈ, ਮੈਂ ਹਾਈ ਕੋਰਟ ਦੇ ਵਿੱਚ ਕੇਸ ਇੰਗਲਿਸ਼ 'ਚ ਜ਼ਰੂਰ ਕਰਦਾ, ਬਟ ਲੋਅਰ ਕੋਰਟ ਦੇ ਵਿੱਚ ਮੇਰੀ ਮੋਸਟਲੀ ਐਪਲੀਕੇਸ਼ਨਸ ਹਿੰਦੀ 'ਚ ਆਉਂਦੀਆਂ ਨੇ। ਤੁਹਾਨੂੰ ਮੈਂ ਬਾਰ-ਬਾਰ ਕਹੂੰਗਾ, ਦੇਖੋ ਹਿੰਦੀ ਸਾਡੀ ਰਾਸ਼ਟਰ ਭਾਸ਼ਾ, ਜੇ ਰਾਸ਼ਟਰ ਭਾਸ਼ਾ ਦਾ ਕੋਈ ਅਪਮਾਨ ਕਰ ਰਿਹਾ ਨਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਬਣੀ। ਇਹਦੀ ਇੱਕ ਕੰਪਲੇਂਟ ਹਾਈ ਕੋਰਟ ਨੂੰ ਦੱਸੋ, ਪਹਿਲੇ ਉਹਨਾਂ ਤੋਂ ਕਹੋ ਕਿ ਹਾਂ ਵੀ ਮੈਨੂੰ ਰਿਟਨ ਵਿੱਚ ਆਰਡਰ ਦਿਓ। ਮੈਂ ਆਪਣੇ ਕੇਸ ਦੇ ਵਿੱਚ 4/1/2023 ਨੂੰ ਜੱਜ ਨੂੰ ਪਹਿਲਾਂ ਤਾਂ ਮੈਂ ਹਿੰਦੀ 'ਚ ਦਿੱਤਾ ਸਾਰਾ ਕੁਝ। ਕਿਹੜੀ ਜੱਜ ਸਾਹਿਬ ਨੇ ਆਰਡਰ ਕੀਤਾ ਜੀ? ਜੱਜ ਸਾਹਿਬ ਸੀ ਮਾਨਨੀय ਪ੍ਰੀਤੀ ਸੁਖੀਜਾ ਜੀ। ਉਹਨਾਂ ਨੇ ਮੇਰੀ ਗੱਲ ਸੁਣੀ ਧਿਆਨ ਨਾਲ, ਪਰ ਇਹ ਸਪਸ਼ਟ ਕਹਿਤਾ ਕਿ ਤੁਸੀਂ ਹਿੰਦੀ 'ਚ ਦੇ ਰਹੇ ਹੋ, ਅਸੀਂ ਇਹਦੀ ਟ੍ਰਾਂਸਲੇਟ ਕਰਾਵਾਂਗੇ, ਕੋਈ ਤੂੰ ਗਲਤ ਫੈਸਲਾ ਹੋ ਗਿਆ ਤਾਂ ਤੁਹਾਡੀ ਰਿਸਪੌਂਸਿਬਿਲਟੀ ਹੈ, ਸਾਡੀ ਨਹੀਂ ਹੈ। ਯਾਨੀ ਜੱਜ ਨੂੰ ਇੰਨਾ ਵੀ ਨਹੀਂ ਪਤਾ ਕਿ ਮੈਂ ਇਹਦੀ ਟ੍ਰਾਂਸਲੇਸ਼ਨ ਕਰਾਵਾਂਗੇ, ਤੂੰ ਪੜ੍ਹੇ ਲਿਖੇ ਨਹੀਂ, ਤੁਸੀਂ ਉਹਨੂੰ ਕ੍ਰਾਸ ਚੈੱਕ ਨਹੀਂ ਕਰੋਗੇ? ਵਾਹ ਜੀ ਵਾਹ, ਕਿਆ ਇਹੋ ਜਿਹੇ ਜੱਜ ਬਿਠਾਏ, ਧੰਨ ਹੋ ਬਾਬਾ ਜੀ। ਹੈ ਤੁਸੀਂ ਕਹਿੰਦੇ ਕਿ ਵੀ ਟ੍ਰਾਂਸਲੇਸ਼ਨ ਮੈਂ ਕਰਵਾਵਾਂਗੀ ਐਂਡ ਯੂ ਆਰ ਦਾ ਜੱਜ ਟੌਪ ਮੋਸਟ। ਅਗਰ ਦੇਖਿਆ ਜਾਏ ਤਾਂ ਇੰਡੀਆ ਦੇ ਟੌਪ ਮੋਸਟ ਜਿਹੜੇ ਪਰਸਨਸ ਨੇ ਉਹ ਜੱਜਿਸ ਆਉਂਦੇ ਨੇ, ਤੇ ਜੱਜ ਕਹਿ ਰਿਹਾ ਕਿ ਮੈਂ ਟ੍ਰਾਂਸਲੇਸ਼ਨ ਕਰਾਵਾਂਗੀ ਤੇ ਫੈਸਲਾ ਗਲਤ ਹੋ ਸਕਦਾ। ਤੁਹਾਡਾ ਇਹ ਤੁਸੀਂ ਉਹਨੂੰ ਦੱਸ ਰਹੇ ਹੋ ਕਿ ਵੀ ਮੈਂ ਫੈਸਲਾ ਗਲਤ ਕਰਾਂਗੀ? ਇਹ ਤਾਂ ਦੱਸ ਰਹੇ ਜੀ, ਬਿਲਕੁਲ ਦੱਸ ਰਹੇ। ਮੈਂ ਜਦ ਜੱਜ ਸਾਹਿਬ ਨੂੰ ਕਿਹਾ, ਉਹ ਕਹਿੰਦੇ ਹਿੰਦੀ 'ਚ ਨਹੀਂ ਲੈ ਸਕਦੇ, ਤੁਸੀਂ ਪੰਜਾਬੀ ਜਾਂ ਇੰਗਲਿਸ਼ ਤੋਂ। ਮੈਂ ਇੱਕ ਦਿੱਲੀ ਹਾਈ ਕੋਰਟ ਦਾ ਆਰਡਰ ਰੀਸੈਂਟਲੀ ਗੁਲਸ਼ਨ ਪੂਜਾ ਜੀ ਦਾ ਹਿੰਦੀ ਦੇ ਵਿੱਚ ਦਿਓ, ਮੈਂ ਉਹ ਆਰਡਰ ਸਾਹਮਣੇ ਰੱਖਤਾ। ਮੈਂ ਕਿਹਾ ਦਿੱਲੀ ਹਾਈ ਕੋਰਟ ਦਾ ਆਰਡਰ ਹੈ, ਹਿੰਦੀ 'ਚ ਲੈ ਸਕਦੇ ਹੋ ਤੁਸੀਂ। ਉਹਨਾਂ ਨੇ ਬਿਲਕੁਲ ਮਨਾ ਕਰਤਾ ਕਿ ਅਸੀਂ ਨਹੀਂ ਲੈ ਸਕਦੇ, ਇਹ ਦਿੱਲੀ ਦਾ ਐਪਲੀਕੇਸ਼ਨ ਤੁਹਾਨੂੰ ਲਗਾਉਣੀ ਪਏਗੀ ਇੱਕ। ਉਸ ਤੋਂ ਬਾਅਦ ਤੁਸੀਂ ਸੁਪਰੀਮ ਕੋਰਟ ਆਪਾਂ ਦਿਖਾਵਾਂਗੇ ਲੋਕਾਂ ਨੂੰ ਕਿ ਕਿੱਦਾਂ ਰਾਸ਼ਟਰ ਭਾਸ਼ਾ ਦਾ ਅਪਮਾਨ ਹੋ ਰਿਹਾ। ਦੇਖੋ ਆਮ ਆਦਮੀ ਨੂੰ ਕਿਉਂ ਵਿਚੋਲਾ ਚਾਹੀਦਾ ਜੀ? ਕਿਉਂ ਚਾਹੀਦਾ ਵਕੀਲ? ਪਹਿਲੇ ਤਾਂ ਸਿੱਧੀ ਗੱਲ ਸਿੰਪਲ ਜੀ ਫੰਡਾ ਹੈਗਾ, ਆਮ ਆਦਮੀ ਆਪਣਾ ਕੇਸ ਕਿਉਂ ਨਹੀਂ ਲੜ ਸਕਦਾ? ਉਸ ਤੋਂ ਆਮ ਜਨਤਾ ਨੂੰ ਪਤਾ ਹੀ ਨਹੀਂ ਕਿ ਕੇਸ ਹਿੰਦੀ ਪੰਜਾਬੀ 'ਚ ਵੀ ਲੜਿਆ ਜਾ ਸਕਦਾ। ਉਹ ਅੰਗਰੇਜ਼ੀ ਦੇ ਨਾਂ ਤੇ ਸਾਡੇ ਹਿੰਦੁਸਤਾਨ ਦੇ ਸਾਰੇ ਕਲਾਇੰਟਾਂ ਨੂੰ ਲੁੱਟਿਆ ਜਾ ਰਿਹਾ ਵਕੀਲਾਂ ਦੁਆਰਾ, ਔਰ ਜੱਜ ਆਪਣੀ ਮਨਮਾਨੀ ਕਰਦੇ। ਜੇ ਪਬਲਿਕ ਸੁਣੀ ਜਾਏ ਤਾਂ ਮੇਬੀ ਸ਼ਾਇਦ ਕੇਸਾਂ ਦੇ ਫੈਸਲੇ ਵੀ ਬੜੀ ਜਲਦੀ ਹੋ ਜਾਣਗੇ, ਬਹੁਤ ਜਲਦੀ ਹੋਣਗੇ। ਬਿਲਕੁਲ ਹੋਣਗੇ ਜੀ। ਮੈਂ ਹੁਣ ਕਹਿ ਰਿਹਾ ਜੱਜ ਨੂੰ, ਜੱਜ ਕਹਿੰਦੇ ਗਵਾਹ ਬੁਲਾਓ। ਮੈਂ ਕਹਿੰਦਾ ਲੋੜ ਨਹੀਂ, ਇਹ ਜੋ ਮੈਂ ਤੁਹਾਨੂੰ ਕਾਗਜ਼ ਦਿੱਤੇ ਆ, ਡਾਕੂਮੈਂਟਰੀ ਪ੍ਰੂਫ ਦਿੱਤੇ ਆ, ਤੁਸੀਂ ਇਸ ਨੂੰ ਸਮਝ ਲਓ, ਕਹਾਣੀ ਖਤਮ ਹੈ। ਤੁਸੀਂ ਕਹੋਗੇ ਕਿ ਮੇਰੀ ਐਵੀਡੈਂਸ ਕ੍ਰਾਸ ਕਰੋ ਜੀ, ਗੱਲ ਖਤਮ। ਕਿਹਾ ਜੀ ਉਹਨਾਂ ਦੀ ਐਵੀਡੈਂਸ ਸ਼ੁਰੂ ਕਰੋ, ਕਿਹਾ ਅਸੀਂ ਉਹਨਾਂ ਨੂੰ ਕ੍ਰਾਸ ਕਰਾਂਗੇ ਜੀ ਉਹਨਾਂ ਦੇ ਗਵਾਹਾਂ ਨੂੰ। ਉਹ ਕਰਨ ਨਹੀਂ ਦਿੰਦੇ ਜੀ। ਪਹਿਲਾਂ ਉਹਨਾਂ ਦਾ ਇੱਕ ਗਵਾਹ ਆਇਆ, ਉਹਨੂੰ ਕ੍ਰਾਸ ਕਰਨ ਲੱਗੇ। ਇਹੀ ਗੱਲ ਜੱਜ ਰਾਧਿਕਾ ਲੇਖੀ ਜੀ ਨੇ ਕੀਤੀ।
ਜਿਹੜੀ ਸਾਡੀ ਐਪਲੀਕੇਸ਼ਨ ਵੀ ਡਿਕਲਾਈਨ ਕੀਤੀ ਸੀਗੀ, ਉਹਨਾਂ ਨੇ ਸਾਫ਼ ਕਹਿਤਾ ਕਿ ਅਸੀਂ ਉਹਨਾਂ ਦੇ ਗਵਾਹ ਨੂੰ ਦੁਬਾਰਾ ਕ੍ਰਾਸ ਨਹੀਂ ਕਰ ਸਕਦੇ। ਜਦੋਂ ਕ੍ਰਾਸ ਕਰ ਰਹੇ ਸੀਗੇ, ਮੇਰੇ ਵਕੀਲ ਸੀ ਪਹਿਲਾਂ, ਉਹਨਾਂ ਨੇ ਜਦੋਂ ਕ੍ਰਾਸ ਲਈ ਸਵਾਲ ਪੁੱਛਣੇ ਸ਼ੁਰੂ ਕੀਤੇ ਤੇ ਜੱਜ ਹੀ ਮਨਾ ਕਰ ਰਹੀ ਹੈ ਕਿ ਤੁਸੀਂ ਇਹ ਨਹੀਂ ਪੁੱਛ ਸਕਦੇ, ਤੁਸੀਂ ਇਹ ਨਹੀਂ ਪੁੱਛ ਸਕਦੇ, ਤੁਸੀਂ ਇਹ ਨਹੀਂ ਪੁੱਛ ਸਕਦੇ। ਮਤਲਬ ਅਸੀਂ ਕੁਝ ਪੁੱਛ ਨਹੀਂ ਸਕਦੇ ਤਾਂ ਉੱਥੇ ਸਾਡਾ ਫਾਇਦਾ ਕੀ? ਫਿਰ ਤੁਸੀਂ ਫੈਸਲੇ ਆਪਣੀ ਮਰਜ਼ੀ ਨਾਲ ਕਰਨੇ ਆ, ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰਨਾ ਹੈ। ਤੇ ਉਦਾਂ ਹੀ ਜਿਹੜਾ ਆਂਦਾ ਬੰਦਾ ਉਹਨੂੰ ਫਾਂਸੀ ਤੇ ਚੜਾ ਦਿਓ, ਮਾਰ ਦਿਓ ਵੈਸੇ ਹੀ। ਤੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਅਦਾਲਤਾਂ 'ਚ ਨਾ ਆਓ ਤੇ ਤੁਸੀਂ ਇੱਥੇ ਆਪਣਾ ਵੀ ਜੇ ਤੁਹਾਡੇ ਕੋਲ ਜੇਬਾਂ 'ਚ ਪੈਸੇ ਹੈਗੇ ਨੇ ਮੋਟੇ ਮੋਟੇ ਤਾਂ ਹੀ ਆਓ, ਨਹੀਂ ਤਾਂ ਹੀ ਆਓ। ਪੈਸੇ ਹੈਗੇ ਤਾਂ ਆਓ, ਨਹੀਂ ਤਾਂ ਕਰੋ, ਤਾਂ ਹੀ ਆਓ, ਨਹੀਂ ਤਾਂ ਨਾ ਆਓ। ਉਹਦਾ ਮੈਂ ਕਿਹਾ ਜੱਸੀ ਖੇਰ ਵੀ ਕਹਿ ਗਏ ਸੀਗੇ ਕਿ ਹਾਂ ਵੀ ਜੇ ਤੁਹਾਡੇ ਕੋਲ ਪੈਸਾ ਹੈ ਨਹੀਂ ਤੇ ਅਦਾਲਤ ਦੀ ਤਰਫ ਦੇਖਣਾ ਹੀ ਗੁਨਾਹ ਹੈ। ਠੀਕ ਹੈ ਨੀ? ਬਿਲਕੁਲ ਸਹੀ ਗੱਲ ਹੈ। ਇਹ ਚੀਜ਼ਾਂ ਦੇਖੋ ਤੁਹਾਡੇ ਸਾਹਮਣੇ, ਜਿਹੜੇ ਵੱਡੇ ਵੱਡੇ ਜਸਟਿਸ, ਜਿਹੜੇ ਅਦਾਲਤਾਂ ਦੇ ਵਿੱਚ ਵੱਡੇ ਵੱਡੇ ਜਸਟਿਸ ਨੇ, ਉਹ ਕਿਤੇ ਆਪਣੀ ਪੀੜਾ ਨੂੰ ਉਹ ਬਿਆਨ ਕਰਦੇ ਨੇ ਬਾਅਦ ਚੋਂ। ਠੀਕ ਹੈ ਨਾ? ਹਾਲਾਂਕਿ ਉਹਨਾਂ ਨੂੰ ਸੀਟ ਤੇ ਰਹਿ ਕੇ ਕੰਮ ਕਰਨੇ ਚਾਹੀਦੇ ਨੇ, ਲੇਕਿਨ ਫਿਰ ਵੀ ਚਲੋ ਬਿਆਨ ਕਰਦੇ ਨੇ, ਜਿਹੜੀ ਇੱਕ ਮਿਸਾਲਾਂ ਬਣ ਜਾਂਦੀਆਂ ਨੇ ਕਿ ਹਾਂ ਵੀ ਦੇਖੋ ਕਿ ਜਸਟਿਸ ਜੇ ਤੁਹਾਡੇ ਕੋਲ ਪੈਸੇ ਹੈ ਨਹੀਂ ਤਾਂ ਨਿਆਂਲੇ ਦੇਖਣਾ। ਸੁਪਰੀਮ ਕੋਰਟ ਤੱਕ ਕਹਿ ਚੁੱਕੀ ਹੈ ਕਿ ਲੋਕਤੰਤਰ ਖਤਰੇ 'ਚ ਹੈ, ਇਹ ਦੇਸ਼ ਛੋੜਨਾ ਬਿਹਤਰ, ਸਾਡੇ ਆਦੇਸ਼ ਰੋਕੇ ਜਾ ਰਹੇ ਨੇ। ਯਾਨੀ ਕਹਿਣ ਦਾ ਮਤਲਬ ਕੁਝ ਜੱਜਿਸ ਜਿਹੜੇ ਮੰਨਦੇ ਨੇ ਕਿ ਅਸੀਂ ਕਿੰਨੇ ਮਜਬੂਰ ਆ, ਕੁਝ ਜੱਜਿਸ ਹੈਗੇ ਨੇ ਜਿਹੜੇ ਜਾਣ ਕੇ ਕੰਮ ਕਰਦੇ ਨੇ, ਕੁਝ ਜੱਜਿਸ ਇਹ ਹੈਗੇ ਇਮਾਨਦਾਰ ਜਿਹੜੇ ਹੈਗੇ ਨੇ, ਵਿਚਾਰਾ ਆਪਣੀ ਸ਼ਿਕਾਇਤ ਤੋਂ ਹੀ ਡਰਦਾ ਰਹਿ ਜਾਂਦਾ ਕਿ ਮੇਰੀ ਸ਼ਿਕਾਇਤ ਹੀ ਨਾ ਹੋ ਜਾਏ, ਉਹ ਇਸ ਕਰਕੇ ਆਪਣੇ ਖੁੱਲੇ ਦਿਲ ਨਾਲ ਫੈਸਲੇ ਕਰਨ। ਔਰ ਕੁਝ ਜਿਹੜੇ ਭ੍ਰਸ਼ਟ ਜੱਜਿਸ ਨੇ ਉੱਥੇ ਸਰੇਆਮ ਆਪਣੀ ਦੁਕਾਨਾਂ ਸਜਾ ਕੇ ਕੰਮ ਕਰ ਰਹੇ ਨੇ। ਠੀਕ ਹੈ, ਹੁਣ ਤੁਸੀਂ ਚੀਫ ਸੈਸ਼ਨ ਜੱਜ ਮੋਗਾ ਤੋਂ ਕੀ ਮੰਗ ਕਰਦੇ ਹੋ? ਮੇਰੀ ਮੰਗ ਇਹ ਹੈ ਜੀ, ਇਹਨਾਂ ਨੇ ਮੈਨੂੰ ਆਰਥਿਕ, ਪਰਿਵਾਰਿਕ ਔਰ शारीरिक ਤੌਰ ਤੇ ਮਿੱਟੀ ਕਰਤਾ। ਇਹਨਾਂ ਨੇ ਮੈਨੂੰ ਪਰੇਸ਼ਾਨ ਕਰ ਕਰਕੇ। ਹੁਣ ਕਿਸੇ ਵੀ ਤਰੀਕੇ ਨਾਲ ਮੈਨੂੰ ਸਹੀ ਨਿਆਂ ਦਾ ਕਬਜ਼ਾ ਲੈਣਾ ਚਾਹੁੰਦੇ ਹੋ ਵਾਪਸ? ਬਿਲਕੁਲ ਲਾਉਂਗਾ ਜੀ ਹੁਣ ਵਾਪਸ। ਇਹਨਾਂ ਲਈ ਮੈਂ ਇਹ ਜਜਮੈਂਟ ਸਹੀ ਹੋ ਜਾਏ ਅਗਰ ਜੱਜ ਸਾਹਿਬ ਨੇ ਜਿਹੜੇ ਤੁਹਾਡੇ ਤੋਂ ਪੈਸਿਆਂ ਦੀ ਵਸੂਲੀ ਕਰ ਚੁੱਕੇ ਆ ਨਜਾਇਜ਼, ਉਹ ਸਭ ਵਸੂਲੂੰਗਾ ਜੀ। ਇਹਨਾਂ ਕੋ ਵਾਪਸ ਦੁਬਾਰਾ ਮੈਂ ਰਿਟ ਪਾ ਕੇ ਤੇ ਇਹਨਾਂ ਕੋ ਲਊਂਗਾ। ਚਲੋ ਜੀ ਦੇਖੋ, ਸਿੰਪਲ ਜਿਹਾ ਫੰਡਾ ਹੈ, ਸਿੰਪਲ ਜਿਹਾ ਕੇਸ ਹੈ, ਸਿੰਪਲ ਜਿਹਾ ਕੇਸ ਹੈ ਕਿ ਇਹ ਭਾਈ ਸਾਹਿਬ ਦੁਕਾਨ ਲੈਂਦੇ ਕਿਰਾਏ ਤੇ, ਇਹਨਾਂ ਕੋਲੋਂ ਲੈਂਦੇ ਨੇ। ਠੀਕ ਹੈ ਨਹੀਂ? ਮੈਂ ਇਹਨਾਂ ਦਾ ਨਾਲ ਉਸ ਟਰਸਟ ਦੇ ਮੈਂ ਉਹਨਾਂ ਦਾ ਮੈਂ ਵਿੱਚ ਉਹਦਾ ਮੈਂਬਰ ਆ। ਠੀਕ ਹੈ ਨਹੀਂ? ਇੱਕ ਐਗਜ਼ਾਮਪਲ ਦੇ ਰਿਹਾ, ਤੇ ਮੈਂ ਮੈਂਬਰ ਆ। ਮੈਂ ਥੋੜੇ ਦਿਨ ਬਾਅਦ ਅਲੱਗ ਹੋ ਜਾਂਦਾ, ਮੈਂ ਦੇਖਦਾ ਵੀ ਇੱਥੋਂ ਤਾਂ ਪੈਸਾ ਹੀ ਬਹੁਤ ਆਉਣ ਲੱਗ ਗਿਆ, ਤੇ ਮੈਂ ਇਹਨਾਂ ਨੂੰ ਥੋੜਾ ਸਾਈਡ ਤੇ ਕਰਕੇ ਆਪ ਹੀ ਉਹ ਸਾਰੀ ਜਿਹੜੀ ਜਗ੍ਹਾ ਦਾ ਮਾਲਕ ਬਣ ਕੇ ਉੱਥੇ ਦਾ ਜਿੰਨਾ ਵੀ ਕਿਰਾਇਆ ਆਪ ਖਾਣਾ ਚਾਹੁੰਦਾ। ਸਿਰਫ ਇਹੀ ਰੀਜ਼ਨ ਹੈ ਜਿਹੜਾ ਇਹਨਾਂ ਤੋਂ ਦੁਕਾਨ ਮੈਂ ਖਾਲੀ ਕਰਵਾਈ, ਇਹਨਾਂ ਨੇ ਨਹੀਂ ਕਰਾਈ। ਦੋਸਤੋ ਇਸ ਕੇਸ ਦੇ ਵਿੱਚ ਇੱਕ ਬੜਾ ਇੰਟਰਸਟਿੰਗ ਪਹਿਲੂ ਹੈ। ਸੁਸਾਇਟੀ ਐਕਟ ਕਿਸੇ ਵੀ ਵਿਦੇਸ਼ੀ ਨੂੰ ਟਰਸਟ ਦਾ ਪ੍ਰਧਾਨ ਬਣਾਉਣ ਤੋਂ ਰੋਕਦਾ, ਜਦਕਿ ਜਿਹੜੀ ਮੋਗਾ ਸੁਸਾਇਟੀ ਫਰਜੀ ਸੁਸਾਇਟੀ ਬਣਾਈ ਬੈਠੇ ਹੈ, ਉਹਦਾ ਪ੍ਰਧਾਨ ਇੰਗਲੈਂਡ 'ਚ ਰਹਿੰਦਾ ਔਰ ਉਹਦਾ ਪਾਸਪੋਰਟ ਉੱਥੇ ਦਾ। ਸੰਜੀਵ ਸੂਦ ਉਰਫ ਰਮਨ ਸੂਦ ਇੰਗਲੈਂਡ ਦਾ ਨਿਵਾਸੀ ਹੈ, ਸਿਟੀਜ਼ਨ ਹੈ ਉੱਥੋਂ ਦਾ। ਉਹਦੇ ਪਾਸਪੋਰਟ ਦੀ ਕਾਪੀ ਵੀ ਮੈਂ ਨਾਲ ਲਈ ਹੋਈ ਹੈ। ਪਰ ਮੈਂ ਸਾਰਾ ਕੁਝ ਹੋਣ ਦੇ ਬਾਵਜੂਦ ਇੰਡੀਅਨ ਟਰਸਟ ਐਕਟ 1860 ਦੇ ਆਧਾਰ ਦੇ ਉੱਤੇ ਕੋਈ ਵੀ NRI, ਕੋਈ ਵੀ ਜੋ ਹਿੰਦੁਸਤਾਨ ਤੋਂ ਬਾਹਰ ਦਾ ਨਿਵਾਸੀ ਹੈ, ਕਿਸੇ ਵੀ ਟਰਸਟ ਦਾ ਮੈਂਬਰ ਵੀ ਨਹੀਂ ਬਣ ਸਕਦਾ। ਤੇ ਇਹ ਤਾਂ ਪ੍ਰਧਾਨ ਬਣ ਕੇ ਤਾਂ ਖਾਈ ਜਾ ਰਿਹਾ ਸਭ ਕੁਝ। ਪ੍ਰਧਾਨ ਬਣ ਕੇ ਕੇਸ ਕਰ ਕਰਕੇ ਲੋਕਾਂ ਨੂੰ ਲੁੱਟ ਰਿਹਾ। ਬਿਲਕੁਲ ਲੁੱਟ ਰਿਹਾ। ਔਰ ਹਾਲੇ 2 ਦਿਨ ਪਹਿਲਾਂ ਇੱਕ ਦੁਕਾਨ ਹੋਰ ਖਾਲੀ ਕਰਾਈ ਇਹਨਾਂ ਨੇ ਪੈਸੇ ਦੇ ਕੇ। ਤੁਸੀਂ ਹਿਸਾਬ ਲਾਓ। ਮੈਂ ਹੈਰਾਨ ਹੋ ਰਿਹਾ ਵਾਂ ਕਿ ਕਿੱਥੇ ਨੇ ਅਦਾਲਤਾਂ, ਕਿੱਥੇ ਨੇ ਕਾਨੂੰਨ, ਕਿੱਥੇ ਨੇ ਦੇਸ਼ ਦੇ ਰਕਸ਼ਕ, ਦੇਸ਼ ਦੀਆਂ ਸਰਕਾਰਾਂ ਨੂੰ ਬਾਰ-ਬਾਰ ਦੇਖੋ। ਦੇਸ਼ ਦੇ ਸਰਕਾਰਾਂ ਵੀ, ਮੈਂ ਇਸ ਟਾਈਮ ਤਾਂ ਮਜਬੂਰੀ ਮੰਨਦਾ, ਮੈਂ ਕਿੰਨੇ ਲਾਅ ਮਿਨਿਸਟਰ ਦੇ ਬਿਆਨ ਦੇਖ ਚੁੱਕਾ ਜਿਹਦੇ ਉਹ ਬਾਰ-ਬਾਰ ਕਹਿੰਦੇ ਕਿ ਜੱਜ ਦਾ ਜਿਹੜਾ ਕੋਲੇਜੀਅਨ ਸਿਸਟਮ ਹੈ ਉਹ ਖਤਰਨਾਕ ਹੈ, ਬਹੁਤ ਜ਼ਿਆਦਾ ਖਤਰਨਾਕ ਹੈ। ਕੁਝ ਲੋਕ ਕਹਿੰਦੇ ਨੇ ਕਿ ਹਾਂ ਵੀ ਜੇ ਕੋਲੇਜੀਅਨ ਸਿਸਟਮ ਖਤਮ ਹੋ ਗਿਆ ਤਾਂ ਸਰਕਾਰਾਂ ਇੱਥੇ ਆਪਣਾ ਪ੍ਰਭਾਵ ਬਣਾ ਲੈਣਗੀਆਂ। ਤੁਸੀਂ ਆਪ ਦੇਖੋ, ਸਰਕਾਰ ਦੇ ਤਾਂ ਵੈਸੇ ਹੀ ਨਹੀਂ ਅਗੇਂਸਟ ਜਾਂਦੇ ਹੈਗੇ। ਇਹਨਾਂ ਦੇ ਰਿਟਾਇਰਮੈਂਟ ਬਾਅਦ ਇਹਨਾਂ ਨੂੰ ਨਵੀਆਂ ਪੋਸਟਾਂ ਮਿਲ ਜਾਂਦੀਆਂ ਨੇ ਜੱਜਾਂ ਨੂੰ। ਸਭ ਤੋਂ ਪਹਿਲੇ ਇਹਨਾਂ ਦੀਆਂ ਪੋਸਟਾਂ ਬੰਦ ਕਰਾਉਣੀਆਂ ਚਾਹੀਦੀਆਂ ਨੇ। ਫਿਰ ਇਹਨਾਂ ਮੈਂ ਕਹਿੰਦਾ ਭਾਵਾਂ ਤਨਖਾਹਾਂ ਹੋਰ ਡਬਲ ਕਰ ਦਿਓ, ਲੇਕਿਨ ਜਸਟਿਸ ਜਲਦੀ ਤੇ ਇਨਸਾਫ ਨਾਲ ਜਲਦੀ, ਟਾਈਮ ਬਾਉਂਡ ਜੁਡੀਸ਼ਰੀ, ਆਡੀਓ ਵੀਡੀਓ ਰਿਕਾਰਡਿੰਗ ਦੇ ਅੰਦਰ ਕੇਸ, ਤਾਂ ਕਿ ਹਰ ਬੰਦਾ ਇੱਕ ਆਪਣੀ ਕਟਿੰਗ ਕੱਟ ਕੇ ਫਿਲਮ ਬਣਾ ਦੇਵੇ। ਜਦੋਂ ਸੁਪਰੀਮ ਕੋਰਟ ਤੱਕ ਉਹ ਫਿਲਮ ਪਹੁੰਚੇ, ਉਹਨਾਂ ਨੂੰ ਇੰਨਾ ਦੇਖਣਾ ਹੀ ਨਾ ਪਵੇ। ਸਾਰੀ ਫਿਲਮ ਦੇਖ ਕੇ ਇੱਕ ਦਿਨ ਵਿੱਚ ਡਿਸੀਜਨ ਦੇ ਦੇਣਾ। ਉਹ ਤੁਸੀਂ ਬਹੁਤ ਅਸੀਂ ਪਿੱਛੇ ਜਾ ਰਹੇ ਹਾਂ, ਬਹੁਤ ਪਿੱਛੇ ਜਾ ਰਹੇ ਹਾਂ। ਤੇ ਫਿਰ ਅਸੀਂ ਕਹਾਂਗੇ ਪ੍ਰਮਾਤਮਾ ਕਰੇ ਤੁਹਾਨੂੰ ਜਲਦੀ ਇਨਸਾਫ ਮਿਲੇ ਤੇ ਸਿੰਪਲ ਜਿਹਾ ਕੇਸ ਹੈ, ਇਹਨੂੰ ਨਾ ਲਟਕਾਇਆ ਜਾਵੇ। ਤੇ ਧੰਨਵਾਦ ਜੀ ਤੁਹਾਡਾ, ਬਹੁਤ ਇੱਥੇ ਆਉਣ ਦਾ ਬਹੁਤ ਧੰਨਵਾਦ ਤੁਹਾਡਾ। ਨਹੀਂ ਬਿਲਕੁਲ ਜੀ। ਦੇਖੋ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ। ਫਿਰ ਕਹਾਂਗੇ ਹਿੰਦੀ ਭਾਸ਼ਾ ਲਈ ਅਸੀਂ ਖੁਦ ਆਪਣੀ ਭਾਸ਼ਾ, ਰਾਸ਼ਟਰ ਦੀ ਭਾਸ਼ਾ ਲਈ, ਦੇਸ਼ ਦੀ ਭਾਸ਼ਾ ਲਈ ਅਸੀਂ ਤੁਹਾਡੇ ਨਾਲ ਖੜੇ ਆ। ਦੇਸ਼ ਦੀ ਜਨਤਾ ਤੁਹਾਡੇ ਨਾਲ ਖੜੀ ਹੈ। ਤੁਸੀਂ ਈਮੇਲ ID ਲੈ ਕੇ ਦਿਓ DJ ਮੋਗਾ ਦਾ। ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਬਈ ਰਿਕੁਐਸਟ ਈਮੇਲ ਭੇਜਾਂਗੇ ਵੀ ਦੱਸੋ ਕਿਉਂ ਨਹੀਂ ਹਿੰਦੀ ਭਾਸ਼ਾ, ਸਾਨੂੰ ਰਿਟਨ ਵਿੱਚ ਆਰਡਰ ਪ੍ਰੋਵਾਈਡ ਕਰਾਏ ਜਾਣ ਕਿ ਅਸੀਂ ਨਹੀਂ ਹਿੰਦੀ 'ਚ ਲੈਣਾ। ਫਿਰ ਅਸੀਂ ਦੇਖਾਂਗੇ ਕਿ ਅੱਗੇ ਕੀ ਕਾਰਵਾਈ ਕਰਨੀ ਹੈ। ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ।